बाप अते बेटे अते रूपाक दे नां ते आमीन। सारे भैणां भरावां नूं जय यसु मसीह दी। सो प्यारे भैणों अते भरावो, असी सारे ईस्टर दे महान भेदां नूं मनाउण तो बाद पैंतीकोस्त यानी कि चेलियां उत्ते रूह पाक दे उतरन दा उस ईद नूं मनाउण दे लई ਤਿਆਰੀਆਂ कर रहे हाँ। ਅਤੇ ਉਹ ਤਿਆਰੀਆਂ ਸਾਡੀਆਂ ਪ੍ਰਾਰਥਨਾ ਦੇ ਰਾਹੀਂ, ਪਾਕ ਮਾਸ ਦੀ ਕੁਰਬਾਨੀ ਵਿੱਚ ਹਿੱਸਾ ਲੈਣ ਦੇ ਰਾਹੀਂ, ਖੁਦਾ ਦਾ ਵਚਨ ਪੜ੍ਹਨ ਦੇ ਰਾਹੀਂ ਕਿ ਪ੍ਰਭੂ ਦਾ ਰੂਹ ਪਾਕ ਸਾਡੇ ਉੱਤੇ ਵੀ ਉਤਰੇ ਅਤੇ ਰੂਹ ਪਾਕ ਦੀ ਸ਼ਕਤੀ ਸਾਡੇ ਜੀਵਨਾਂ ਵਿੱਚ ਵੀ ਕੰਮ ਕਰੇ, ਉਹਦੇ ਲਈ ਅਸੀਂ ਸਾਰੇ ਤਿਆਰੀਆਂ ਕਰ ਰਹੇ ਹਾਂ। ਹਰ ਚਰਚ ਦੇ ਵਿੱਚ ਅਲੱਗ-ਅਲੱਗ ਸਮੇਂ ਦੇ ਮੁਤਾਬਕ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਹਨ। ਰੂਹ ਪਾਕ ਦੇ ਨਮੀਨੇ ਦੇ ਰਾਹੀਂ ਰੂਹ ਪਾਕ ਦੀ ਸ਼ਕਤੀ ਆਉਣ ਦੇ ਲਈ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦੇ ਰਾਹੀਂ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸੱਚਮੁੱਚ ਪ੍ਰਭੂ ਦਾ ਉਹ ਰੂਹ ਪਾਕ ਸਾਡੇ ਜੀਵਨ ਵਿੱਚ ਵੀ ਆ ਕੇ ਕੰਮ ਕਰੇ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਇਸ ਦੇ ਲਈ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਰੂਹ ਪਾਕ ਕਦੋਂ ਸਾਨੂੰ ਮਿਲੇਗਾ, ਕਿਵੇਂ ਸਾਡੇ ਵਿੱਚ ਕੰਮ ਕਰੇਗਾ, ਉਹਦੇ ਬਾਰੇ ਪ੍ਰਭੂ ਯਿਸੂ ਸਾਫ਼ ਸ਼ਬਦਾਂ ਵਿੱਚ ਸਾਡੇ ਨਾਲ ਇਹ ਗੱਲਾਂ ਸਾਂਝੀਆਂ ਕਰਦੇ ਹਨ। ਜਦੋਂ ਅਸੀਂ ਸੰਤ ਯਹੂਨਾ ਦੀ ਅੰਜੀਲ ਉਹਦਾ 14 ਅਧਿਆਇ ਦੀ 15 ਐਤ ਪੜ੍ਹਦੇ ਹਾਂ ਤਾਂ ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚ ਲਿਖਿਆ ਹੈ, ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਮੇਰੀਆਂ ਆਗਿਆਵਾਂ ਦੀ ਪਾਲਣਾ ਕਰੋਗੇ। ਪ੍ਰਭੂ ਯਿਸੂ ਕਹਿੰਦਾ ਹੈ ਕਿ ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੀਆਂ ਆਗਿਆਵਾਂ ਜਿਹੜੀਆਂ ਤੁਹਾਨੂੰ ਮੈਂ ਦਿੱਤੀਆਂ ਨੇ, ਜੇਕਰ ਉਹਨਾਂ ਦੀ ਤੁਸੀਂ ਪਾਲਣਾ ਕਰੋਗੇ, ਤੇ ਅੱਗੇ ਲਿਖਿਆ ਹੈ ਕਿ ਮੈਂ ਬਾਪ ਅੱਗੇ ਪ੍ਰਾਰਥਨਾ ਕਰਾਂਗਾ ਅਤੇ ਉਹ ਤੁਹਾਨੂੰ ਸਦਾ ਤੁਹਾਡੇ ਨਾਲ ਰਹਿਣ ਲਈ ਇੱਕ ਦੂਜਾ ਮਦਦਗਾਰ ਦੇਵੇਗਾ। ਹਾਲੇਲੂਇਆ, ਹਾਲੇਲੂਇਆ। ਸੋ ਪ੍ਰਭੂ ਯਿਸੂ ਮਸੀਹ ਵਿੱਚ ਪਿਆਰਿਓ, ਖੁਦਾ ਦੀ ਪਵਿੱਤਰ ਬਾਣੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਇਹ ਫਰਮਾਉਂਦੇ ਹਨ ਕਿ ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤੇ ਫਿਰ ਮੈਂ ਪਿਤਾ ਦੇ ਅੱਗੇ ਬੇਨਤੀ ਕਰਾਂਗਾ, ਤੁਹਾਡੇ ਨਾਲ ਸਦਾ ਰਹਿਣ ਵਾਲਾ ਜੋ ਆਤਮਾ ਹੈ ਉਹ ਤੁਹਾਨੂੰ ਦੇਵੇਗਾ। ਸੱਚਾਈ ਦਾ ਰੂਹ ਜਿਸ ਨੂੰ ਸੰਸਾਰ ਪਾ ਨਹੀਂ ਸਕਦਾ, ਪ੍ਰਭੂ ਯਿਸੂ ਕਹਿੰਦਾ ਕਿ ਉਹ ਸੱਚਾਈ ਦਾ ਰੂਹ ਜਿਹਨੂੰ ਸੰਸਾਰ ਨਹੀਂ ਪਾ ਸਕਦਾ, ਕਿਉਂਕਿ ਨਾ ਸੰਸਾਰ ਤਾਂ ਉਸ ਨੂੰ ਵੇਖਦਾ ਹੈ ਅਤੇ ਨਾ ਹੀ ਉਸ ਨੂੰ ਜਾਣਦਾ ਹੈ। ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਉਹ ਤੁਹਾਡੇ ਵਿੱਚ ਰਹੇਗਾ। ਸੋ ਪਿਆਰਿਓ, ਪ੍ਰਭੂ ਯਿਸੂ ਇਹ ਵਚਨਾਂ ਦੇ ਰਾਹੀਂ ਸਾਨੂੰ ਦੱਸਦੇ ਹਨ ਕਿ ਜੇਕਰ ਮੈਨੂੰ ਪਿਆਰ ਕਰੋਗੇ, ਮੈਂ ਬਾਪ ਅੱਗੇ ਪ੍ਰਾਰਥਨਾ ਕਰਾਂਗਾ, ਉਹ ਤੁਹਾਨੂੰ ਮਦਦਗਾਰ ਦੇਵੇਗਾ ਅਤੇ ਉਹ ਸਦਾ ਤੁਹਾਡੇ ਨਾਲ ਰਹੇਗਾ। ਉਹ ਮਦਦਗਾਰ ਜਿਹਨੂੰ ਸੰਸਾਰ ਨਹੀਂ ਪ੍ਰਾਪਤ ਕਰ ਸਕਦਾ, ਪਰ ਤੁਸੀਂ ਉਹਨੂੰ ਜ਼ਰੂਰ ਪ੍ਰਾਪਤ ਕਰੋਗੇ। ਹੁਣ ਇਹਨਾਂ ਵਚਨਾਂ ਤੇ ਜੇਕਰ ਅਸੀਂ ਗੌਰ ਕਰੀਏ ਤਾਂ ਅਸੀਂ ਸੋਚ ਵਿਚਾਰ ਕਰਨ ਦੇ ਬਾਅਦ ਸਾਨੂੰ ਪਤਾ ਲੱਗਦਾ ਹੈ ਕਿ ਉਹ ਦੂਜਾ ਮਦਦਗਾਰ ਕਿਹੜਾ ਹੈ। ਕਿਹੜੇ ਮਦਦਗਾਰ ਦੇ ਬਾਰੇ ਸਾਡਾ ਪ੍ਰਭੂ ਯਿਸੂ ਮਸੀਹ ਸਾਨੂੰ ਕਹਿ ਰਿਹਾ ਹੈ ਕਿ ਮੈਂ ਮਦਦਗਾਰ ਤੁਹਾਨੂੰ ਦੇਵਾਂਗਾ, ਮੈਂ ਬਾਪ ਅੱਗੇ ਪ੍ਰਾਰਥਨਾ ਕਰਾਂਗਾ, ਉਹ ਤੁਹਾਨੂੰ ਮਦਦਗਾਰ ਦੇਵੇਗਾ। ਪਿਆਰਿਓ, ਉਹ ਹੈ ਮਦਦਗਾਰ, ਖੁਦਾ ਵੱਲੋਂ ਭੇਜਿਆ ਹੋਇਆ ਰੂਹ ਪਾਕ। ਜਿੰਨਾ ਤੱਕ ਸਾਨੂੰ ਉਹ ਪ੍ਰਭੂ ਉੱਪਰੋਂ ਰੂਹ ਪਾਕ ਦੀ ਸ਼ਕਤੀ ਨਹੀਂ ਦਿੰਦਾ, ਰੂਹ ਪਾਕ ਸਾਡੇ ਵਿੱਚ ਕੰਮ ਨਹੀਂ ਕਰਦਾ, ਉਹਨਾਂ ਤੱਕ ਅਸੀਂ ਪ੍ਰਭੂ ਦੀ ਗਵਾਹੀ ਵੀ ਨਹੀਂ ਦੇ ਸਕਦੇ। ਰੂਹ ਪਾਕ ਸਾਡੇ ਵਿੱਚ ਆਉਣਾ ਜ਼ਰੂਰੀ ਹੈ। ਜਿੰਨਾ ਤੱਕ ਰੂਹ ਪਾਕ ਦੇ ਉਹ ਫਲ ਜਾਂ ਉਹ ਰੂਹ ਪਾਕ ਦੇ ਵਰਦਾਨ ਸਾਨੂੰ ਨਹੀਂ ਮਿਲਦੇ, ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਅਸੀਂ ਕੰਮ ਦੇ ਪ੍ਰਤੀ ਰੂਹ ਪਾਕ ਦੀ ਸ਼ਕਤੀ ਦੀ ਉਹ ਪ੍ਰੇਰਨਾ ਦੇ ਨਾਲ ਅਸੀਂ ਕੋਈ ਵੀ ਕੰਮ ਕਰਨ ਤੋਂ ਅਸਮਰਥ ਰਹਿ ਜਾਂਦੇ ਹਾਂ, ਜੇਕਰ ਰੂਹ ਪਾਕ ਸਾਨੂੰ ਮਦਦ ਨਹੀਂ ਦਿੰਦਾ। ਕਿਉਂਕਿ ਸੰਤ ਪਲੂਸ ਰੋਮੀਆਂ ਦੇ ਪੱਤਰ ਉਹਦਾ 8 ਅਧਿਆਇ ਦੀ 26 ਆਇਤ ਵਿੱਚ ਕਹਿੰਦੇ ਨੇ ਕਿ ਪਵਿੱਤਰ ਆਤਮਾ ਸਾਡੀ ਕਮਜ਼ੋਰੀ ਵਿੱਚ ਸਾਨੂੰ ਮਦਦ ਦਿੰਦਾ ਹੈ। ਤੇ ਅਸੀਂ
पढ़ते हाँ प्रभु का वचन कि जदों यीशु मसीह ਦੀ ਮੌਤ ਤੋਂ ਬਾਅਦ ਜੀ ਉੱਠਣ ਤੋਂ ਬਾਅਦ ਯਿਸੂ ਮਸੀਹ ਸਵਰਗ ਦੇ ਵਿੱਚ ਚਲੇ ਗਏ। ਚੇਲੇ ਡਰੇ ਹੋਏ ਸੀ, ਘਬਰਾਏ ਹੋਏ ਸੀ, ਉਹਨਾਂ ਦੇ ਸਰੀਰ ਕਮਜ਼ੋਰ ਹੋ ਚੁੱਕੇ ਸੀ ਅਤੇ ਉਹ ਡਰ ਦੇ ਮਾਰੇ ਬੂਹੇ ਬੰਦ ਕਰਕੇ ਬੈਠੇ ਸੀ। ਪ੍ਰਭੂ ਨੇ ਉਹਨਾਂ ਨੂੰ ਦਰਸ਼ਨ ਦਿੱਤਾ, ਉਹਨਾਂ ਨੂੰ ਦਲੇਰੀ ਦਿੱਤੀ, ਉਹਨਾਂ ਨੂੰ ਰੂਹ ਪਾਕ ਦਿੱਤਾ ਅਤੇ ਪ੍ਰਭੂ ਨੇ ਉਹਨਾਂ ਨੂੰ ਦਲੇਰੀ ਵਾਲਾ ਆਤਮਾ ਦਿੱਤਾ। ਉਸ ਤੋਂ ਪਹਿਲਾਂ ਅਸੀਂ ਪ੍ਰਭੂ ਦੇ ਵਚਨ ਵਿੱਚ ਪੜ੍ਹਦੇ ਹਾਂ ਕਿ ਪ੍ਰਭੂ ਨੇ ਉਹਨਾਂ ਨੂੰ ਇਹ ਪਹਿਲਾਂ ਹੀ ਸੰਦੇਸ਼ ਦਿੱਤਾ ਸੀ ਕਿ ਤੁਸੀਂ ਪ੍ਰਚਾਰ ਦੇ ਲਈ ਉਹਨਾਂ ਤੱਕ ਯਰੂਸ਼ਲਮ ਤੋਂ ਬਾਹਰ ਨਹੀਂ ਜਾਣਾ ਜਿੰਨਾ ਤੱਕ ਤੁਹਾਨੂੰ ਉੱਪਰੋਂ ਕੋਈ ਸ਼ਕਤੀ ਨਹੀਂ ਮਿਲ ਜਾਂਦੀ। ਜਦੋਂ ਅਸੀਂ ਸੰਤ ਲੂਕਾ ਦੀ ਇੰਜੀਲ ਉਹਦਾ 24 ਅਧਿਆਇ ਦੀ 49 ਐਤ ਪੜ੍ਹਦੇ ਹਾਂ ਤਾਂ ਪ੍ਰਭੂ ਦੇ ਪਵਿੱਤਰ ਬਾਣੀ ਦੇ ਵਿੱਚ ਲਿਖਿਆ ਹੈ, ਖੁਦਾ ਦੇ ਕਲਾਮ ਦੇ ਵਿੱਚ ਪ੍ਰਭੂ ਯਿਸੂ ਆਪਣੇ ਚੇਲਿਆਂ ਨੂੰ ਇਹ ਦੱਸਿਆ ਸੀ ਕਿ ਤੁਹਾਨੂੰ ਪਵਿੱਤਰ ਆਤਮਾ ਮਿਲੇਗਾ, ਰੂਹ ਪਾਕ ਦਿੱਤਾ ਜਾਵੇਗਾ ਅਤੇ ਉਹ ਸਾਮਰਥ ਰੂਹ ਪਾਕ ਦੀ ਸ਼ਕਤੀ ਤੁਸੀਂ ਹਾਸਲ ਕਰਕੇ ਫਿਰ ਹੀ ਤੁਸੀਂ ਪ੍ਰਚਾਰ ਦੇ ਲਈ ਜਾਣਾ ਹੈ। ਕਿਉਂਕਿ ਪ੍ਰਭੂ ਦੀ ਬਾਣੀ ਵਿੱਚ ਜਦੋਂ ਅਸੀਂ 24 ਬਾਪ ਸੰਤ ਲੂਕਾ ਦੀ ਅੰਜੀਲ ਉਹਦੇ 49 ਐਤ ਦੇ ਵਿੱਚ ਪੜ੍ਹਦੇ ਹਾਂ ਤਾਂ ਲਿਖਿਆ ਹੈ ਕਿ ਯਰੂਸ਼ਲਮ ਤੋਂ ਲੈ ਕੇ ਸਾਰੇ ਦੇਸ਼ਾਂ ਵਿੱਚ ਉਹਦੇ ਨਾਂ ਵਿੱਚ ਪਛਤਾਵੇ ਦਾ ਅਤੇ ਪਾਪਾਂ ਦੀ ਮਾਫੀ ਦਾ ਪ੍ਰਚਾਰ ਕੀਤਾ ਜਾਣਾ ਹੈ। ਉਹ ਕਿਵੇਂ ਕੀਤਾ ਜਾਣਾ ਹੈ? ਪ੍ਰਭੂ ਦੀ ਬਾਣੀ 'ਚ ਲਿਖਿਆ ਹੈ ਕਿ ਵੇਖੋ ਆਪਣੇ ਬਾਪ ਦਾ ਵਾਅਦਾ ਮੈਂ ਤੁਹਾਡੇ ਉੱਤੇ ਘੱਲਦਾ ਹਾਂ। ਪ੍ਰਭੂ ਯਿਸੂ ਕਹਿੰਦਾ ਜੋ ਆਪਣੇ ਬਾਪ ਦਾ ਵਾਅਦਾ ਹੈ ਉਹ ਮੈਂ ਤੁਹਾਡੇ ਉੱਤੇ ਘੱਲਦਾ ਹਾਂ, ਪਰ ਜਦੋਂ ਤੱਕ ਤੁਸੀਂ ਉੱਪਰੋਂ ਸ਼ਕਤੀ ਪਾ ਨਹੀਂ ਲੈਂਦੇ। ਪ੍ਰਭੂ ਕਹਿੰਦਾ ਜਿੰਨਾ ਤੱਕ ਤੁਸੀਂ ਉੱਪਰੋਂ ਸ਼ਕਤੀ ਨਹੀਂ ਪਾ ਲੈਂਦੇ ਸ਼ਹਿਰ ਵਿੱਚ ਹੀ ਰਹਿਣਾ ਹੈ। ਤੁਸੀਂ ਸ਼ਹਿਰ ਤੋਂ ਬਾਹਰ ਨਹੀਂ ਜਾਣਾ, ਯਰੂਸ਼ਲਮ ਦੀਆਂ ਹੱਦਾਂ ਤੋਂ ਬਾਹਰ ਨਹੀਂ ਜਾਣਾ ਜਿੰਨਾ ਤੱਕ ਤੁਸੀਂ ਉੱਪਰੋਂ ਸ਼ਕਤੀ ਪਾ ਨਹੀਂ ਲੈਂਦੇ। ਸੋ ਪਿਆਰਿਓ, ਉਹ ਸ਼ਕਤੀ ਪਾਉਣ ਦੇ ਲਈ ਸਾਡੇ ਲਈ ਪ੍ਰਾਰਥਨਾ ਕਰਨੀ ਜ਼ਰੂਰੀ ਹੈ। ਜਿੰਨਾ ਤੱਕ ਅਸੀਂ ਪ੍ਰਾਰਥਨਾ ਨਹੀਂ ਕਰਦੇ, ਖੁਦਾ ਦਾ ਵਚਨ ਨਹੀਂ ਪੜ੍ਹਦੇ, ਪਾਕਮਾਸ ਦੀ ਕੁਰਬਾਨੀ ਦੇ ਵਿੱਚ ਹਿੱਸਾ ਲੈ ਕੇ ਪਾਕ ਰੋਟੀ ਦੀ ਸ਼ਕਤੀ ਦਾ ਅਨੁਭਵ ਨਹੀਂ ਕਰਦੇ, ਉਹਨਾਂ ਤੱਕ ਰੂਹ ਪਾਕ ਦੀ ਸ਼ਕਤੀ ਦਾ ਅਨੁਭਵ ਵੀ ਸਾਨੂੰ ਨਹੀਂ ਹੋਣਾ। ਕਿਉਂਕਿ ਬਪਤਿਸਮੇ ਦੇ ਰਾਹੀਂ ਸਾਨੂੰ ਜੋ ਰੂਹ ਪਾਕ ਮਿਲ ਗਿਆ ਹੈ, ਉਹ ਰੂਹ ਪਾਕ ਨੂੰ ਸਾਡੇ ਅੰਦਰ ਜੋ ਹੈ ਉਹਨੂੰ ਜਗਾਉਣਾ ਹੈ ਅਤੇ ਉਹ ਰੂਹ ਪਾਕ ਨੂੰ ਜਗਾਉਣ ਦੇ ਲਈ ਪ੍ਰਾਰਥਨਾ ਦੀ ਜ਼ਰੂਰਤ ਹੈ। ਸੋ ਪਿਆਰੇ, ਪ੍ਰਾਰਥਨਾ ਭਵਨ ਦੇ ਵਿੱਚ ਹਰ ਸਮੇਂ ਪ੍ਰਾਰਥਨਾ ਚੱਲਦੀ ਰਹਿੰਦੀ ਹੈ, ਆਰਾਧਨਾ ਚੱਲਦੀ ਰਹਿੰਦੀ ਹੈ। ਪਾਕਮਾਸ ਦੀ ਕੁਰਬਾਨੀ ਦੇ ਵਿੱਚ ਸ਼ਾਮਲ ਹੋ ਕੇ ਰੂਹ ਪਾਕ ਦੀ ਸ਼ਕਤੀ ਆਉਣ ਦੇ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਹਨ, ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ ਹਨ। ਸਾਡੇ ਮਾਨਯੋਗ ਫਾਦਰ ਸਾਈਮਨ ਜੀ ਸਾਨੂੰ ਬਾਰ-ਬਾਰ ਇਹੀ ਪ੍ਰੇਰਨਾ ਦਿੰਦੇ ਹਨ ਕਿ ਜਦੋਂ ਬਪਤਿਸਮੇ ਦੇ ਰਾਹੀਂ ਤੁਹਾਨੂੰ ਰੂਹ ਪਾਕ ਦਿੱਤਾ ਗਿਆ ਹੈ, ਉਹ ਰੂਹ ਪਾਕ ਨੂੰ ਜਗਾਉਣਾ ਹੈ। ਇਹ ਵਾਰ-ਵਾਰ ਬੋਲਣਾ ਹੈ ਕਿ ਮੇਰੇ ਅੰਦਰ ਪ੍ਰਭੂ ਜੋ ਰੂਹ ਪਾਕ ਹੈ ਉਹਨੂੰ ਜਗਾ ਦਿਓ, ਫਿਰ ਜਗਾ ਦਿਓ। ਇਹ ਬਾਰ-ਬਾਰ ਸ਼ਬਦ ਬੋਲ ਕੇ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਨੀ ਹੈ। ਤੇ ਪਿਆਰਿਓ, ਜਦੋਂ ਅਸੀਂ ਇਸ ਪ੍ਰਾਰਥਨਾ ਭਵਨ ਦੇ ਵਿੱਚ ਰਹਿ ਕੇ ਪ੍ਰਾਰਥਨਾ ਕਰਦੇ ਹਾਂ, ਪ੍ਰਭੂ ਦੇ ਅੱਗੇ ਅਰਦਾਸਾਂ ਕਰਦੇ ਹਾਂ, ਸੱਚਮੁੱਚ ਰੂਹ ਪਾਕ ਦੀ ਸ਼ਕਤੀ ਦਾ ਅਸੀਂ ਅਨੁਭਵ ਕਰਦੇ ਹਾਂ ਕਿ ਪ੍ਰਭੂ ਦਾ ਆਤਮਾ ਇੱਥੇ ਕੰਮ ਕਰ ਰਿਹਾ ਹੈ। ਹਾਲੇਲੂਇਆ, ਹਾਲੇਲੂਇਆ। ਸੋ ਪਿਆਰਿਓ, ਇਹ ਹੈ ਸਾਰੀ ਪ੍ਰਾਰਥਨਾ ਦਾ ਫਲ। ਕਿਉਂਕਿ ਜਦੋਂ ਅਸੀਂ ਰਸੂਲਾਂ ਦੇ ਕਰਤੱਵ ਉਹਦਾ 2 ਅਧਿਆਇ ਦੀ 1 ਐਤ ਤੋਂ 4 ਐਤ ਤੱਕ ਪ੍ਰਭੂ ਦਾ ਵਚਨ ਪੜ੍ਹਦੇ ਹਾਂ ਤਾਂ ਪ੍ਰਭੂ ਦੀ ਬਾਣੀ ਵਿੱਚ ਦੱਸਿਆ ਹੈ ਕਿ ਚੇਲੇ ਵੀ ਜਦੋਂ ਪ੍ਰਭੂ ਯਿਸੂ ਮਸੀਹ ਸਵਰਗ ਵਿੱਚ ਚਲੇ ਗਏ ਅਤੇ ਉਹ ਇਕੱਲੇ ਰਹਿ ਗਏ, ਘਬਰਾ ਰਹੇ ਸੀ, ਡਰ ਰਹੇ ਸੀ, ਪਰ ਮਾਂ ਮਰੀਅਮ ਨੇ ਉਸ ਸਮੇਂ ਚੇਲਿਆਂ ਦੀ ਅਗਵਾਈ ਕੀਤੀ ਅਤੇ ਉਹ ਚੇਲਿਆਂ ਨੂੰ ਨਾਲ ਲੈ ਕੇ ਮਾਂ ਮਰੀਅਮ ਪ੍ਰਾਰਥਨਾ ਦੇ ਵਿੱਚ ਲੱਗੇ ਰਹੇ ਅਤੇ ਉਹਨਾਂ ਨੂੰ ਪਵਿੱਤਰ ਆਤਮਾ ਮਿਲਿਆ। ਅਸੀਂ ਪ੍ਰਭੂ ਦੀ ਪਵਿੱਤਰ ਬਾਣੀ ਦੇ ਵਿੱਚ ਰਸੂਲਾਂ ਦੇ ਕਰਤੱਵ ਉਹਦਾ 2 ਅਧਿਆਇ ਦੀ 1 ਐਤ ਤੋਂ 4 ਐਤ ਤੱਕ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਪ੍ਰਭੂ ਦੀ ਬਾਣੀ ਦੇ ਵਿੱਚ ਇਹ ਲਿਖਿਆ ਹੈ ਕਿ ਅਚਾਨਕ ਛਾਂ ਕਰਦੀ ਇੱਕ ਆਵਾਜ਼ ਜ਼ੋਰਦਾਰ ਹਨੇਰੀ ਜਿਹੀ ਆਕਾਸ਼ੋਂ ਆਈ ਅਤੇ ਉਸ ਦੇ ਨਾਲ ਸਾਰਾ ਘਰ ਭਰ ਗਿਆ ਜਿੱਥੇ ਉਹ ਬੈਠੇ ਹੋਏ ਸਨ। ਉਹ ਸਾਰੇ ਉੱਥੇ ਇਕੱਠੇ ਹੋ ਕੇ ਚੇਲੇ ਅਤੇ ਮਾਂ ਮਰੀਅਮ ਅਤੇ ਹੋਰ ਵੀ ਵਿਸ਼ਵਾਸੀ ਲੋਕ ਉਹਨਾਂ ਦੇ ਨਾਲ ਪ੍ਰਾਰਥਨਾ ਕਰ ਰਹੇ ਸੀ ਅਤੇ ਜਦੋਂ ਪ੍ਰਾਰਥਨਾ ਕਰ ਰਹੇ ਸੀ ਲਿਖਿਆ ਹੈ ਕਿ ਅਤੇ ਲਾਟਾਂ ਅੱਗ ਦੀਆਂ ਜੀਭਾਂ ਵਾਂਗ ਦਿਖਾਈ ਦਿੱਤੀਆਂ ਅਤੇ ਵੱਖ-ਵੱਖ ਹੋ ਕੇ ਉਤਰੀਆਂ ਅਤੇ ਇੱਕ-ਇੱਕ ਕਰਕੇ ਉਹਨਾਂ ਸਾਰਿਆਂ ਉੱਤੇ
ਠਹਿਰ ਗਈਆਂ। ਅੱਗੇ 4 ਐਤ ਵਿੱਚ ਲਿਖਿਆ ਹੈ, ਅਤੇ ਉਹ ਸਭ ਰੂਹ ਪਾਕ ਨਾਲ ਭਰ ਗਏ ਅਤੇ ਵੱਖ-ਵੱਖ ਬੋਲੀਆਂ ਬੋਲਣ ਲੱਗੇ, ਜਿਵੇਂ ਰੂਹ ਨੇ ਉਹਨਾਂ ਨੂੰ ਬੋਲਣ ਲਈ ਯੋਗਤਾ ਦਿੱਤੀ। ਹਾਲੇਲੂਇਆ। ਇਸ ਲਈ ਪਿਆਰਿਓ, ਪ੍ਰਭੂ ਦੀ ਇਹ ਬਾਣੀ ਦੱਸਦੇ ਹੋ ਕਿ ਸਾਰੇ ਰੂਹ ਪਾਕ ਨਾਲ ਭਰ ਗਏ ਤੇ ਵੱਖ-ਵੱਖ ਬੋਲੀਆਂ ਬੋਲਣ ਲੱਗੇ, ਜਿਵੇਂ ਰੂਹ ਨੇ ਉਹਨਾਂ ਨੂੰ ਬੋਲਣ ਲਈ ਯੋਗਤਾ ਦਿੱਤੀ ਸੀ। ਇਸ ਲਈ ਇਸ ਪ੍ਰਾਰਥਨਾ ਭਵਨ ਦੇ ਵਿੱਚ ਜਦੋਂ ਅਸੀਂ ਸਾਰੀ ਪ੍ਰਾਰਥਨਾ ਭਵਨ ਦੀ ਟੀਮ ਸਾਡੇ ਮਾਨਯੋਗ ਫਾਦਰ ਸਾਈਮਨ ਜੀ ਦੀ ਪ੍ਰੇਰਨਾ ਦੇ ਸਦਕਾ, ਉਹਨਾਂ ਦੀ ਅਗਵਾਈ ਦੇ ਵਿੱਚ ਇਕੱਠੇ ਬੈਠ ਕੇ ਪ੍ਰਾਰਥਨਾ ਕਰਦੇ ਹਾਂ, ਸੱਚਮੁੱਚ ਅਸੀਂ ਅਨੁਭਵ ਕੀਤਾ ਹੈ ਕਿ ਰੂਹ ਪਾਕ ਦੀ ਸ਼ਕਤੀ ਸਾਡੇ ਵਿੱਚ ਵੀ ਕੰਮ ਕਰਦੀ ਹੈ। ਖਾਸ ਕਰਕੇ ਮੈਂ ਅਨੁਭਵ ਕੀਤਾ ਹੈ ਸਾਡੇ ਮਾਨਯੋਗ ਫਾਦਰ ਸਾਈਮਨ ਜੀ ਦੇ ਜ਼ਿੰਦਗੀ ਦੇ ਵਿੱਚ ਰੂਹ ਪਾਕ ਦੀ ਸ਼ਕਤੀ ਦਾ ਅਨੁਭਵ ਮੈਂ ਮਹਿਸੂਸ ਕੀਤਾ ਹੈ, ਕਿਉਂਕਿ ਫਾਦਰ ਜੀ ਰਾਤ ਨੂੰ ਵੀ ਦਿਨ ਨੂੰ ਵੀ ਹਮੇਸ਼ਾ ਪਾਕ ਸੰਦੂਕ ਦੇ ਸਾਹਮਣੇ ਜਾ ਕੇ ਪ੍ਰਾਰਥਨਾ ਕਰਦੇ ਰਹਿੰਦੇ ਹਨ। ਅਤੇ ਮੈਂ ਸਮਝਦਾ ਹਾਂ ਕਿ ਉਹਨਾਂ ਨੇ ਜੋ ਪ੍ਰਾਰਥਨਾ ਕਰਦੇ ਹਨ, ਉਹ ਪ੍ਰਾਰਥਨਾ ਦਾ ਫਲ ਉਹਨਾਂ ਨੂੰ ਪ੍ਰਭੂ ਰੂਹ ਪਾਕ ਦੇ ਵਰਦਾਨ ਬਖਸ਼ੇ ਨੇ ਅਤੇ ਇਹਦਾ ਅਨੁਭਵ ਵੀ ਕੀਤਾ ਹੈ। ਪਿਛਲੇ 2 ਮਹੀਨਿਆਂ ਦੀ ਗੱਲ ਹੈ, ਇੱਕ ਪਰਿਵਾਰ ਪਤੀ ਪਤਨੀ ਅਤੇ ਉਹਨਾਂ ਦੀ ਨੂੰਹ ਜਿਹੜੀ ਹੈ, ਪ੍ਰਾਰਥਨਾ ਭਵਨ ਦੇ ਵਿੱਚ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਜਾਓ ਅਤੇ ਉੱਥੇ ਤੁਹਾਡੇ ਲਈ ਪ੍ਰਾਰਥਨਾ ਹੋਵੇਗੀ ਅਤੇ ਤੁਹਾਡੇ ਮੁਸੀਬਤ ਜਿਹੜੀ ਹੈ ਉਹ ਦੂਰ ਹੋਵੇਗੀ। ਹੁਣ ਮੁਸੀਬਤ ਕੀ ਸੀ? ਮੁਸੀਬਤ ਉਹਨਾਂ ਦੀ ਜ਼ਿੰਦਗੀ ਦੇ ਵਿੱਚ, ਉਹਨਾਂ ਦੇ ਘਰ ਵਿੱਚ ਇਹ ਸੀ ਕਿ ਉਹ ਭੈਣ 23 ਸਾਲ ਤੋਂ ਸ਼ੈਤਾਨ ਦੀ ਸ਼ਕਤੀ ਦੇ ਨਾਲ ਜਕੜੀ ਹੋਈ ਸੀ। ਸ਼ੈਤਾਨ ਨੇ ਉਹਨੂੰ ਗਮਰਾਹ ਕਰਕੇ ਰੱਖਿਆ ਸੀ, ਆਪਣੇ ਕਬਜ਼ੇ ਵਿੱਚ ਕੀਤਾ ਸੀ। ਤਾਂ ਜਦੋਂ ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਪ੍ਰਾਰਥਨਾ ਭਵਨ ਵਿੱਚ ਚਲੇ ਜਾਓ, ਉੱਥੇ ਤੁਹਾਨੂੰ ਸ਼ਿਫਾ ਮਿਲੇਗੀ। ਤੋ ਪਿਆਰਿਓ, ਜਦੋਂ ਉਸ ਪ੍ਰਾਰਥਨਾ ਭਵਨ ਦੇ ਵਿੱਚ ਪਹੁੰਚ ਗਏ, ਸਾਡੇ ਮਾਨਯੋਗ ਫਾਦਰ ਸਾਈਮਨ ਜੀ ਨੇ ਉਹਨਾਂ ਤੇ ਪ੍ਰਾਰਥਨਾ ਕੀਤੀ ਅਤੇ ਉਸ ਦਿਨ ਐਤਵਾਰ ਸੀ, ਉਹਨਾਂ ਨੇ ਪ੍ਰਾਰਥਨਾ ਦੇ ਵਿੱਚ ਭਾਗ ਲਿਆ। ਤਾਂ ਜਦੋਂ ਛੁਟਕਾਰਾ ਬੰਦਗੀ ਚੱਲ ਰਹੀ ਸੀ, ਪਾਕ ਜੂਖਰਸ ਦੀ ਆਰਾਧਨਾ ਹੋ ਰਹੀ ਸੀ, ਤੇ ਉਸ ਭੈਣ ਦੇ ਜੀਵਨ ਵਿੱਚ ਸ਼ੈਤਾਨ ਬਹੁਤ ਜ਼ਿਆਦਾ ਉਹਨੂੰ ਤੰਗ ਕਰ ਰਿਹਾ। ਆਰਾਧਨਾ ਖਤਮ ਕਰਨ ਤੋਂ ਬਾਅਦ ਮਾਨਯੋਗ ਫਾਦਰ ਜੀ ਨੇ ਉਹਨਾਂ ਤੇ ਦੁਆ ਕੀਤੀ, ਪ੍ਰਾਰਥਨਾ ਕੀਤੀ ਅਤੇ ਸ਼ੈਤਾਨ ਕਹਿੰਦਾ ਕਿ ਮੈਂ ਨਹੀਂ ਜਾਣਾ। ਤਾਂ ਫਿਰ ਪ੍ਰਾਰਥਨਾ ਕਰਨ ਤੋਂ ਬਾਅਦ ਫਾਦਰ ਜੀ ਨੇ ਆਖਿਆ ਕਿ ਯਿਸੂ ਮਸੀਹ ਦੇ ਨਾਂ ਦੀ ਸ਼ਕਤੀ ਦੇ ਰਾਹੀਂ ਇਹਦੇ ਜੀਵਨ ਵਿੱਚੋਂ ਨਿਕਲ ਜਾ। ਤਾਂ ਪਿਆਰਿਓ, ਫਾਦਰ ਜੀ ਨੇ ਪ੍ਰਾਰਥਨਾ ਕਰਨ ਤੋਂ ਬਾਅਦ ਉਹ ਭੈਣ ਬਿਲਕੁਲ ਠੀਕ ਠਾਕ ਹੋ ਗਈ। ਫਿਰ ਫਾਦਰ ਜੀ ਨੂੰ ਪਵਿੱਤਰ ਆਤਮਾ ਦੇ ਦੁਆਰਾ ਇਹ ਪ੍ਰੇਰਨਾ ਮਿਲੀ ਕਿ ਇਹ ਭੈਣ ਜੇਕਰ ਚੰਗੀ ਤਰ੍ਹਾਂ ਠੀਕ ਹੋਣਾ ਚਾਹੁੰਦੀ ਹੈ ਤਾਂ ਇਹਨੂੰ 7 ਐਤਵਾਰ ਇੱਥੇ ਲਗਾਤਾਰ ਪ੍ਰਾਰਥਨਾ ਭਵਨ ਵਿੱਚ ਆਉਣਾ ਹੈ। ਪਰ ਫਾਦਰ ਜੀ ਨੇ ਦੱਸਿਆ ਕਿ 7 ਐਤਵਾਰ ਆਉਣ ਵਿੱਚ ਕਈ ਰੁਕਾਵਟਾਂ ਵੀ ਤੁਹਾਡੀ ਜ਼ਿੰਦਗੀ ਵਿੱਚ ਆਉਣਗੀਆਂ, ਪਰ ਉਹਨਾਂ ਰੁਕਾਵਟਾਂ ਨੂੰ ਦੂਰ ਕਰਨਾ ਹੈ ਤੁਸੀਂ ਯਿਸੂ ਦੇ ਨਾਮ ਵਿੱਚ। ਰੂਹ ਪਾਕ ਤੁਹਾਨੂੰ ਮਦਦ ਦੇਵੇਗਾ ਅਤੇ ਤੁਸੀਂ ਪ੍ਰਾਰਥਨਾ ਕਰਦੇ ਰਹਿਣਾ ਹੈ। ਘਬਰਾਉਣਾ ਨਹੀਂ ਹੈ, ਡਰਨਾ ਨਹੀਂ ਹੈ, ਯਿਸੂ ਤੇ ਵਿਸ਼ਵਾਸ ਕਰਨਾ ਹੈ। ਜੇਕਰ ਯਿਸੂ ਤੇ ਵਿਸ਼ਵਾਸ ਕਰੋਗੇ, ਰੂਹ ਪਾਕ ਦੀ ਮਦਦ ਮੰਗੋਗੇ ਅਤੇ ਤੁਹਾਡੀ ਜ਼ਿੰਦਗੀ ਦੀ ਪਰੇਸ਼ਾਨੀ ਦੂਰ ਹੋ ਜਾਵੇਗੀ, ਸ਼ੈਤਾਨ ਤੁਹਾਡੇ ਸਾਹਮਣੇ ਦੌੜ ਜਾਵੇਗਾ। ਅਤੇ ਪਿਆਰਿਓ, ਜਦੋਂ ਉਹ ਭੈਣ ਇਸੇ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਦੀ ਰਹੇ ਅਤੇ ਮੈਨੂੰ ਫਾਦਰ ਜੀ ਨੇ ਦੱਸਿਆ ਕਿ ਇਹਨਾਂ ਨੂੰ ਮਾਂ ਮਰੀਅਮ ਦਾ ਨਮੀਨਾ ਦਿੱਤਾ ਜਾਵੇ, ਇਹਨਾਂ ਨੂੰ ਵਚਨ ਪੜ੍ਹਨ ਦੇ ਲਈ ਪ੍ਰੇਰਨਾ ਦਿੱਤੀ ਜਾਵੇ। ਤਾਂ ਜਦੋਂ ਮੈਂ ਉਹਨਾਂ ਨੂੰ ਵਚਨ ਵੀ ਦਿੱਤਾ ਪੜ੍ਹਨ ਵਾਸਤੇ ਅਤੇ ਮਾਂ ਮਰੀਅਮ ਪ੍ਰਾਰਥਨਾ ਭਵਨ ਦੀ ਮਾਂ ਦਾ ਨਮੀਨਾ ਦਿੱਤਾ ਗਿਆ, ਪ੍ਰਾਰਥਨਾ ਕਰਨ ਦੇ ਲਈ ਦੱਸਿਆ ਗਿਆ ਕਿ ਤੁਸੀਂ ਇਹ ਰੂਹ ਪਾਕ ਦੇ ਅੱਗੇ ਮਦਦ ਲਈ ਪ੍ਰਾਰਥਨਾ ਕਰਨੀ ਹੈ। ਤੋ ਪਿਆਰਿਓ, ਜਦੋਂ ਉਹ ਪ੍ਰਾਰਥਨਾ ਕਰਦੇ ਰਹੇ, ਹਰ ਐਤਵਾਰ ਨੂੰ ਚਰਚ ਆਉਂਦੇ ਗਏ ਅਤੇ ਫਿਰ ਕੀ ਹੋਇਆ ਕਿ ਜਦੋਂ ਉਹਨਾਂ ਨੇ 6 ਐਤਵਾਰ ਪੂਰੇ ਕਰ ਲਏ ਤਾਂ ਉਹਨਾਂ ਦੇ ਕੋਈ ਰਿਸ਼ਤੇਦਾਰ ਜਿਨ੍ਹਾਂ ਨੇ ਉਹਨਾਂ ਦੇ ਘਰ ਵਿੱਚ ਕੋਈ ਦੀਵਾ ਜਗਾਉਣ ਦੇ ਲਈ ਦੱਸਿਆ ਸੀ, ਉਹ ਆਪਣੇ ਘਰ ਵਿੱਚ ਦੀਵਾ ਜਗਾਉਂਦੇ ਸੀ। ਤਾਂ ਜਦੋਂ ਮਾਨਯੋਗ ਫਾਦਰ ਜੀ ਨੇ ਉਹਨਾਂ ਦੇ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ, ਫਾਦਰ ਜੀ ਨੇ ਦੱਸਿਆ ਤੁਸੀਂ ਖੁਦਾ ਨੂੰ ਛੱਡ ਕੇ ਕਿਸੇ ਹੋਰ ਦੇਵੀ ਦੇਵਤੇ ਨੂੰ ਆਪਣਾ ਰੱਬ ਮੰਨਿਆ ਹੈ। ਪਹਿਲਾਂ ਉਹ ਕਹਿੰਦੇ ਕਿ ਅਸੀਂ ਕਿਤੇ ਨਹੀਂ ਗਏ, ਫਿਰ ਬਾਅਦ ਵਿੱਚ ਉਹਨਾਂ ਨੇ ਦੱਸਿਆ ਕਿ ਨਹੀਂ, ਤੁਸੀਂ ਜੋ ਕਹਿ ਰਹੇ ਜੋ ਉਹ ਸੱਚ ਹੈ। ਕਿਉਂਕਿ ਜਦੋਂ ਫਾਦਰ ਜੀ ਨੇ ਦੱਸਿਆ ਕਿ ਮੈਨੂੰ ਆਤਮਾ ਇਹ ਪ੍ਰੇਰਨਾ ਦੇ ਰਿਹਾ ਹੈ ਕਿ ਇਹ ਕਿਸੇ ਜਗ੍ਹਾ ਵਿੱਚ ਗਏ ਨੇ, ਪ੍ਰਸ਼ਾਦ ਖਾਦਾ ਹੈ, ਤਾਂ ਉਹ ਜਦੋਂ ਉਹਨਾਂ ਭੈਣ ਨੂੰ ਪੁੱਛਿਆ
ਤਾਂ ਉਹ ਡਰਦੀ ਸੀ ਦੱਸਣ ਤੋਂ, ਪਰ ਉਹਦੇ ਘਰ ਵਾਲੇ ਨੇ ਦੱਸਿਆ ਕਿ ਹਾਂ ਬਹੂ ਜੀ ਅਸੀਂ ਗਏ ਸੀ ਬਹੁਤ ਜਗ੍ਹਾ ਤੇ, ਬਹੁਤ ਹੀ ਥਾਵਾਂ ਦੇ ਵਿੱਚ ਅਸੀਂ ਪੈਸਾ ਉਜਾੜ ਚੁੱਕੇ ਹਾਂ, ਪਾਣੀ ਦੀ ਤਰ੍ਹਾਂ ਪੈਸਾ ਵਹਾ ਦਿੱਤਾ ਹੈ। 22-23 ਸਾਲ ਅਸੀਂ ਅਲੱਗ-ਅਲੱਗ ਜਗ੍ਹਾ ਤੇ ਗਏ ਹਾਂ, ਜਿੱਥੇ ਵੀ ਕਿਸੇ ਨੇ ਕਿਹਾ ਗਏ ਹਾਂ, ਪਰ ਕੋਈ ਵੀ ਆਰਾਮ ਨਹੀਂ ਮਿਲ ਸਕਿਆ। ਤੇ ਪਿਆਰਿਓ, ਜਦੋਂ ਉਹਨਾਂ ਨੇ ਇਸ ਪ੍ਰਾਰਥਨਾ ਭਵਨ ਦੇ ਵਿੱਚ ਆ ਕੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ, ਉਹ ਭੈਣ ਬਿਲਕੁਲ ਠੀਕ ਠਾਕ ਰਹੀ। ਤਾਂ ਮੈਂ ਦੱਸ ਰਿਹਾ ਸੀ ਕਿ ਉਹਨਾਂ ਦੇ ਕੋਈ ਰਿਸ਼ਤੇਦਾਰ ਜਿਨ੍ਹਾਂ ਨੇ ਉਹਨਾਂ ਨੂੰ ਘਰ ਵਿੱਚ ਉਹ ਦੀਵੇ ਜਗਾਉਣ ਦੇ ਲਈ ਦੱਸਿਆ ਸੀ, ਉਹਨਾਂ ਨੇ ਫਿਰ 6 ਐਤਵਾਰ ਤੋਂ ਬਾਅਦ ਉਹਨਾਂ ਨੂੰ ਦੱਸਿਆ ਕਿ ਤੁਸੀਂ ਉਹ ਦੀਵਾ ਆਪਣੇ ਘਰ ਵਿੱਚ ਜਗਾਉਣਾ ਹੈ। ਜਦੋਂ ਉਹਨਾਂ ਨੇ ਵੀਰਵਾਰ ਦੀਵਾ ਜਗਾਇਆ, ਉਹ ਭੈਣ ਫਿਰ ਉਸੇ ਤਰ੍ਹਾਂ ਹੀ ਸ਼ੈਤਾਨ ਦੀ ਸ਼ਕਤੀ ਵਿੱਚ ਜਕੜੀ ਗਈ। ਫਿਰ ਮੈਨੂੰ ਫੋਨ ਕੀਤਾ ਉਹਨਾਂ ਨੇ ਕਿ ਬਹੂ ਜੀ ਬੜੀ ਮੁਸ਼ਕਲ ਦੇ ਵਿੱਚ ਆ। ਉਹ ਭੈਣ ਦੀ ਨੂੰਹ ਨੇ ਫੋਨ ਕੀਤਾ ਕਿ ਉਹ ਬੀਬੀ ਫਿਰ ਉਸੇ ਤਰ੍ਹਾਂ ਹੀ ਹੋ ਗਈ ਹੈ। ਤਾਂ ਮੈਂ ਫਾਦਰ ਜੀ ਦੇ ਨਾਲ ਗੱਲ ਕੀਤੀ। ਫਾਦਰ ਜੀ ਨੇ ਦੱਸਿਆ ਕਿ ਉਹਨਾਂ ਨੂੰ ਕਹੋ ਕੱਲ ਦੱਸਾਂਗੇ ਸਵੇਰੇ ਕੀ ਕਰਨਾ ਹੈ। ਤਾਂ ਉਸੇ ਦਿਨ ਫਾਦਰ ਜੀ ਨੇ ਉਹਨਾਂ ਲਈ ਪ੍ਰਾਰਥਨਾ ਕੀਤੀ। ਤਾਂ ਫਾਦਰ ਜੀ ਨੇ ਕਿਹਾ ਮੈਨੂੰ ਕਿ ਉਹਨਾਂ ਨੂੰ ਫੋਨ ਕਰਕੇ ਦੱਸੋ ਕਿ ਸਵੇਰੇ ਇੱਥੇ ਪ੍ਰਾਰਥਨਾ ਭਵਨ ਵਿੱਚ ਪਹੁੰਚਣ। ਜਦੋਂ ਪ੍ਰਾਰਥਨਾ ਭਵਨ ਦੇ ਵਿੱਚ ਪਹੁੰਚ ਗਏ ਅਤੇ ਫਾਦਰ ਜੀ ਨੇ ਉਹਦੇ ਭੈਣ ਦੇ ਸਿਰ ਉੱਤੇ ਹੱਥ ਰੱਖ ਕੇ ਜਦੋਂ ਪ੍ਰਾਰਥਨਾ ਕੀਤੀ, ਉਹਨਾਂ ਨੂੰ ਦੱਸਿਆ ਕਿ ਤੁਸੀਂ ਕਿਹੜਾ ਦੀਵਾ ਜਗਾਇਆ ਹੈ। ਤਾਂ ਉਹ ਭੈਣ ਫਿਰ ਮੰਨ ਗਈ ਕਿ ਅਸੀਂ ਜੋ ਪਹਿਲਾਂ ਘਰ ਵਿੱਚ ਦੀਵੇ ਜਗਾਉਂਦੇ ਸੀ, ਉਹ ਸਾਨੂੰ ਜਿਨ੍ਹਾਂ ਨੇ ਦੀਵੇ ਜਗਾਉਣ ਦੇ ਲਈ ਦੱਸਿਆ, ਉਹਨਾਂ ਨੇ ਫਿਰ ਕਿਹਾ ਹੈ ਕਿ ਤੁਸੀਂ ਇਹ ਦੀਵਾ ਜਗਾਉਣਾ ਹੈ। ਤਾਂ ਫਾਦਰ ਜੀ ਨੇ ਕਿਹਾ ਹੈ ਇਸੇ ਕਰਕੇ ਹੀ ਤੁਹਾਡੇ ਵਿੱਚ ਫਿਰ ਪ੍ਰੋਬਲਮ ਹੋਈ ਹੈ, ਇਹ ਮੁਸ਼ਕਲ ਫਿਰ ਇਸੇ ਕਰਕੇ ਆਈ ਹੈ। ਸੋ ਪਿਆਰੋ, ਇਹ ਹੈ ਪਵਿੱਤਰ ਆਤਮਾ ਦਾ ਅਨੁਭਵ ਮੈਂ ਮਾਨਯੋਗ ਫਾਦਰ ਸਾਈਮਨ ਦੀ ਜ਼ਿੰਦਗੀ ਦੇ ਵਿੱਚ ਮਹਿਸੂਸ ਕੀਤਾ ਹੈ ਕਿ ਪ੍ਰਭੂ ਦਾ ਆਤਮਾ ਉਹਨਾਂ ਵਿੱਚ ਕੰਮ ਕਰਦਾ ਹੈ। ਉਹ ਤਾਂ ਹੀ ਕੰਮ ਕਰਦਾ ਜੇਕਰ ਉਹ ਪੂਰੀ ਲਗਨ ਨਾਲ ਪ੍ਰਾਰਥਨਾ ਦੇ ਵਿੱਚ ਲੱਗੇ ਰਹਿੰਦੇ ਹਨ। ਤੇ ਸਾਨੂੰ ਵੀ ਜੇਕਰ ਰੂਹ ਪਾਕ ਦੀ ਸ਼ਕਤੀ ਹਾਸਲ ਕਰਨੀ ਹੈ ਤੇ ਪ੍ਰਾਰਥਨਾ ਦੀ ਜ਼ਰੂਰਤ ਹੈ। ਜਿਵੇਂ ਰਸੂਲ ਮਾਂ ਮਰੀਅਮ ਦੇ ਨਾਲ ਮਿਲ ਕੇ ਪ੍ਰਾਰਥਨਾ ਕਰ ਰਹੇ ਸੀ, ਪਵਿੱਤਰ ਆਤਮਾ ਉਹਨਾਂ ਤੇ ਉਤਰਿਆ, ਰੂਹ ਪਾਕ ਦੀ ਸ਼ਕਤੀ ਉਹਨਾਂ ਨੇ ਵੀ ਹਾਸਲ ਕੀਤੀ ਅਤੇ ਬੜੀ ਦਲੇਰੀ ਦੇ ਨਾਲ ਖੁਦਾ ਦੇ ਵਚਨ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਕਿਉਂਕਿ ਪ੍ਰਭੂ ਨੇ ਉਹਨਾਂ ਨੂੰ, ਯਿਸੂ ਨੇ ਦੱਸਿਆ ਸੀ ਕਿ ਤੁਸੀਂ ਯਰੂਸ਼ਲਮ ਦੀਆਂ ਹੱਦਾਂ ਤੋਂ ਬਾਹਰ ਨਹੀਂ ਜਾਣਾ ਜਿੰਨਾ ਤੱਕ ਤੁਹਾਨੂੰ ਉੱਪਰੋਂ ਸ਼ਕਤੀ ਨਹੀਂ ਮਿਲ ਜਾਂਦੀ। ਤੁਸੀਂ ਪ੍ਰਚਾਰ ਦੇ ਨਹੀਂ ਜਾਣਾ। ਜਦੋਂ ਰੂਹ ਪਾਕ ਉਹਨਾਂ ਵਿੱਚ ਆ ਗਿਆ ਅਤੇ ਉਹ ਫਿਰ ਦਲੇਰੀ ਦੇ ਨਾਲ ਪ੍ਰਭੂ ਦੇ ਵਚਨ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਨੇ ਬਹੁਤ ਜਗ੍ਹਾ ਤੇ ਅਲੱਗ-ਅਲੱਗ ਗੈਰ ਕੌਮਾਂ ਦੇ ਵਿੱਚ, ਗੈਰ ਯਹੂਦੀਆਂ ਦੇ ਵਿੱਚ ਅਤੇ ਬਹੁਤ ਹੀ ਵੱਖ-ਵੱਖ ਸ਼ਹਿਰਾਂ ਵਿੱਚ, ਪਿੰਡਾਂ ਵਿੱਚ ਜਾ ਕੇ ਉਹਨਾਂ ਨੇ ਪ੍ਰਭੂ ਦੇ ਵਚਨ ਦਾ ਪ੍ਰਚਾਰ ਕੀਤਾ ਤੇ ਗਵਾਹੀ ਦਿੱਤੀ। ਅਸੀਂ ਵੀ ਪ੍ਰਭੂ ਦੇ ਉਸ ਰੂਹ ਪਾਕ ਦੀ ਸ਼ਕਤੀ ਦਾ ਅਨੁਭਵ ਕਰਨਾ ਹੈ। ਪ੍ਰਾਰਥਨਾ ਦੇ ਰਾਹੀਂ ਮਹਿਸੂਸ ਕਰਨਾ ਹੈ ਕਿ ਰੂਹ ਪਾਕ ਸਾਡੇ ਵਿੱਚ ਵੀ ਆ ਕੇ ਕੰਮ ਕਰੇ। ਅਤੇ ਪਿਆਰਿਓ, ਪ੍ਰਾਰਥਨਾ ਭਵਨ ਦੇ ਵਿੱਚ ਪਵਿੱਤਰ ਆਤਮਾ ਬਹੁਤ ਸਾਮਰਥ ਸ਼ਕਤੀ ਦੇ ਨਾਲ ਕੰਮ ਕਰ ਰਿਹਾ ਹੈ ਅਤੇ ਇੱਥੇ ਬਹੁਤ ਵੱਡੇ ਚਮਤਕਾਰ ਵੀ ਹੁੰਦੇ ਹਨ। ਜੇਕਰ ਉਹ ਹੁਣ ਮੈਂ ਚਮਤਕਾਰ ਇੱਕ ਕਰਕੇ ਦੱਸਾਂ, ਬਹੁਤ ਸਮਾਂ ਲੱਗੇਗਾ। ਬਹੁਤ ਜ਼ਿਆਦਾ ਚਮਤਕਾਰ ਹੁੰਦੇ ਹਨ। ਉਹ ਪਵਿੱਤਰ ਆਤਮਾ ਸ਼ਕਤੀ ਦੇ ਰਾਹੀਂ ਕੰਮ ਕਰਦਾ ਹੈ, ਕਿਉਂਕਿ ਚੇਲੇ ਵੀ ਪ੍ਰਭੂ ਦੇ ਵਚਨ ਦਾ ਪ੍ਰਚਾਰ ਕਰਦੇ ਰਹੇ। ਜਦੋਂ ਅਸੀਂ ਰਸੂਲਾਂ ਦੇ ਕਰਤੱਵ ਦਾ 1 ਅਧਿਆਇ ਦੀ 8ਵੀਂ ਆਇਤ ਪੜ੍ਹਦੇ ਹਾਂ ਤਾਂ ਉਹਨਾਂ ਨੇ ਕਿੱਥੇ ਜਾ ਕੇ ਪ੍ਰਚਾਰ ਕੀਤਾ, ਉਹਦੇ ਬਾਰੇ ਪ੍ਰਭੂ ਦੇ ਕਲਾਮ ਦੇ ਵਿੱਚ ਲਿਖਿਆ ਹੈ। ਉਹਨਾਂ ਨੇ ਦੱਸਿਆ, ਪਰ ਜਦੋਂ ਰੂਹ ਪਾਕ ਤੁਹਾਡੇ ਉੱਤੇ ਉਤਰ ਆਵੇਗਾ ਤਾਂ ਤੁਸੀਂ ਸ਼ਕਤੀ ਪਾਵੋਗੇ ਅਤੇ ਤੁਸੀਂ ਯਰੂਸ਼ਲਮ, ਸਾਰੀ ਯਹੂਦੀਆ, ਸਾਮਰੀਆ ਅਤੇ ਧਰਤੀ ਦੀਆਂ ਹੱਦਾਂ ਤੱਕ ਮੇਰੇ ਗਵਾਹ ਬਣੋਗੇ। ਹਾਲੇਲੂਇਆ, ਹਾਲੇਲੂਇਆ। ਸੋ ਪਿਆਰਿਓ, ਇਹ ਦੱਸਿਆ ਗਿਆ ਕਿ ਪ੍ਰਭੂ ਦੇ ਤੁਸੀਂ ਗਵਾਹ ਬਣੋਗੇ ਅਤੇ ਉਹ ਗਵਾਹ ਤਾਂ ਹੀ ਬਣਨਾ ਹੈ ਜੇਕਰ ਅਸੀਂ ਪਵਿੱਤਰ ਆਤਮਾ ਦੀ ਸ਼ਕਤੀ ਦਾ ਅਨੁਭਵ ਕੀਤਾ ਹੈ। ਪਵਿੱਤਰ ਆਤਮਾ ਜੇਕਰ ਸਾਡੇ ਵਿੱਚ ਕੰਮ ਕਰੇਗਾ ਅਤੇ ਉਹ ਕੰਮ ਤਾਂ ਕਰਨਾ ਹੈ ਜੇਕਰ ਅਸੀਂ ਖੁਦਾ ਦਾ ਵਚਨ ਪੜਾਂਗੇ, ਪਾਕ ਮਾਸ ਦੀ ਕੁਰਬਾਨੀ ਵਿੱਚ ਹਿੱਸਾ ਲਵਾਂਗੇ ਅਤੇ ਪ੍ਰਾਰਥਨਾ ਕਰਾਂਗੇ, ਪਵਿੱਤਰ ਆਤਮਾ ਸਾਨੂੰ ਵੀ ਮਿਲੇਗਾ। ਹਾਲੇਲੂਇਆ। ਤੇ ਇਸ ਲਈ ਖੁਦਾ ਦਾ ਵਚਨ ਸੁਣਨ ਦੇ ਨਾਲ, ਵਚਨ ਪੜ੍ਹਨ ਦੇ ਨਾਲ ਪ੍ਰਭੂ ਪਰਮੇਸ਼ਰ ਸਾਨੂੰ ਸ਼ਕਤੀ ਦਿੰਦਾ ਹੈ। ਕਿਉਂਕਿ ਅਸੀਂ ਪ੍ਰਭੂ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ, ਜਦੋਂ ਅਸੀਂ ਰਸੂਲਾਂ ਦੇ ਕਰਤੱਵ 10 ਬਾਬ ਦੀ 44 ਆਇਤ ਵਿੱਚ, ਕਿ ਪਤਰਸ ਜਦੋਂ ਵਚਨ ਸੁਣਾ ਰਿਹਾ ਸੀ ਰੂਹ ਪਾਕ ਦੇ ਨਾਲ ਭਰਪੂਰ ਹੋ ਕੇ ਅਤੇ ਉਹ ਦਲੇਰੀ ਦੇ ਨਾਲ ਪ੍ਰਭੂ ਦਾ ਵਚਨ ਸੁਣਾ ਰਿਹਾ ਸੀ, ਜਿਹੜੇ ਧਿਆਨ ਦੇ ਨਾਲ ਸੁਣ ਰਹੇ ਸੀ ਉਹਨਾਂ ਤੇ ਰੂਹ ਪਾਕ ਉਤਰ ਆਇਆ।
ਜਿਹੜੇ ਹੁਣ ਭੈਣ ਭਰਾ ਇਹ ਵਚਨ ਸੁਣ ਰਹੇ ਨੇ, ਜੇਕਰ ਉਹ ਵਿਸ਼ਵਾਸ ਦੇ ਨਾਲ ਇਹਨਾਂ ਵਚਨਾਂ ਤੇ ਅਮਲ ਕਰਨਗੇ ਤਾਂ ਉਹਨਾਂ ਤੇ ਵੀ ਰੂਹ ਪਾਕ ਉਤਰੇਗਾ। ਰੂਹ ਪਾਕ ਦੀ ਸ਼ਕਤੀ ਦਾ ਉਹ ਅਨੁਭਵ ਕਰਨਗੇ ਅਤੇ ਰੂਹ ਪਾਕ ਦੀ ਪ੍ਰੇਰਣਾ ਦੇ ਨਾਲ ਉਹਨਾਂ ਦੇ ਸਰੀਰ ਵਿੱਚੋਂ ਵੀ ਹਰ ਤਰ੍ਹਾਂ ਦੀਆਂ ਬਿਮਾਰੀਆਂ, ਹਰ ਤਰ੍ਹਾਂ ਦੇ ਦੁੱਖ, ਹਰ ਤਰ੍ਹਾਂ ਦੀ ਪਰੇਸ਼ਾਨੀ, ਸ਼ੈਤਾਨ ਦੀ ਸ਼ਕਤੀ, ਕਈ ਅੰਧਕਾਰ ਦੀਆਂ ਸ਼ਕਤੀਆਂ ਉਹਨਾਂ ਦੇ ਜੀਵਨ ਵਿੱਚੋਂ ਵੀ ਨਿਕਲ ਜਾਣਗੀਆਂ। ਰੂਹ ਪਾਕ ਮਦਦ ਦੇਵੇਗਾ, ਰੂਹ ਪਾਕ ਸ਼ਕਤੀ ਦੇਵੇਗਾ। ਇਸ ਲਈ ਪਿਆਰਿਓ, ਰੂਹ ਪਾਕ ਦੀ ਪ੍ਰੇਰਣਾ ਦੇ ਦੁਆਰਾ ਹੀ ਇਹ ਸਾਰੇ ਕੰਮ ਜਿਹੜੇ ਇੱਥੇ ਪ੍ਰਾਰਥਨਾ ਭਵਨ ਵਿੱਚ ਹੋ ਰਹੇ ਨੇ ਉਹ ਕੀਤੇ ਜਾ ਰਹੇ ਨੇ, ਰੂਹ ਪਾਕ ਦੀ ਅਗਵਾਈ ਦੇ ਵਿੱਚ। ਕਿਉਂਕਿ ਪ੍ਰਭੂ ਆਪ ਯਰਮੀਆ ਨਬੀ ਦਾ ਗ੍ਰੰਥ ਉਹਦਾ 33 ਅਧਿਆਇ ਦੀ 3 ਆਇਤ ਵਿੱਚ ਕਹਿੰਦਾ ਹੈ ਕਿ ਮੈਂ ਤੈਨੂੰ ਉਹ ਅਦਭੁਤ ਗੱਲਾਂ ਦੱਸਾਂਗਾ ਜਿਨ੍ਹਾਂ ਦੇ ਬਾਰੇ ਤੂੰ ਕੁਝ ਵੀ ਜਾਣਦਾ ਨਹੀਂ ਹੈ। ਉਹ ਰੂਹ ਪਾਕ ਸਾਨੂੰ ਮਦਦ ਦਿੰਦਾ ਹੈ ਅਤੇ ਰੂਹ ਪਾਕ ਦੀ ਪ੍ਰੇਰਣਾ ਦੇ ਦੁਆਰਾ ਹੀ ਉਹ ਅਦਭੁਤ ਗੱਲਾਂ ਜਿਹੜੀਆਂ ਨੇ, ਅਦਭੁਤ ਕੰਮ ਜਿਹੜੇ ਨੇ ਉਹ ਦੱਸੇ ਜਾਂਦੇ ਹਨ। ਇਸ ਲਈ ਸਾਨੂੰ ਉਹ ਰੂਹ ਪਾਕ ਦੀ ਸ਼ਕਤੀ ਪ੍ਰਾਪਤ ਕਰਨ ਦੇ ਲਈ ਪ੍ਰਾਰਥਨਾ ਕਰਨੀ ਹੈ ਅਤੇ ਇਹ ਪ੍ਰਭੂ ਦੇ ਇਹਨਾਂ ਵਚਨਾਂ ਉੱਤੇ ਅਸੀਂ ਧਿਆਨ ਲਗਾਉਣਾ ਹੈ ਕਿ ਕਿਸ ਤਰ੍ਹਾਂ ਰਸੂਲਾਂ ਦੇ ਉੱਤੇ ਰੂਹ ਪਾਕ ਉਤਰਿਆ ਆ। ਮਾਂ ਮਰੀਅਮ ਦੇ ਨਾਲ ਮਿਲ ਕੇ ਜਦੋਂ ਉਹ ਪ੍ਰਾਰਥਨਾ ਕਰ ਰਹੇ ਸੀ, ਉਹਨਾਂ ਨੇ ਰੂਹ ਪਾਕ ਦੀ ਸ਼ਕਤੀ ਦਾ ਅਨੁਭਵ ਕੀਤਾ। ਚੇਲਿਆਂ ਨੇ ਦਲੇਰੀ ਦੇ ਨਾਲ, ਉਹਨਾਂ ਨੂੰ ਆਤਮਾ ਮਿਲ ਗਿਆ ਜਦੋਂ ਪ੍ਰਭੂ ਦੇ ਵਚਨ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਉਹੀ ਆਤਮਾ ਇਸ ਪ੍ਰਾਰਥਨਾ ਭਵਨ ਵਿੱਚ ਵੀ ਕੰਮ ਕਰ ਰਿਹਾ ਹੈ। ਜਿਹੜੇ ਲੋਕ ਇੱਥੇ ਆ ਕੇ ਪ੍ਰਾਰਥਨਾ ਕਰਦੇ ਨੇ, ਉਹਨਾਂ ਦੇ ਜੀਵਨ ਵਿੱਚ ਜਦੋਂ ਇਹ ਰੂਹ ਪਾਕ ਕੰਮ ਕਰਦਾ ਹੈ ਤੇ ਉਹ ਫਿਰ ਗਵਾਹੀ ਦਿੰਦੇ ਹਨ ਕਿ ਸੱਚਮੁੱਚ ਪ੍ਰਭੂ ਨੇ ਸਾਨੂੰ ਇਹ ਪ੍ਰੇਰਣਾ ਦਿੱਤੀ ਸੀ। ਰੂਹ ਪਾਕ ਨੇ ਸਾਨੂੰ ਇਸ ਪ੍ਰਾਰਥਨਾ ਭਵਨ ਦੇ ਵਿੱਚ ਆਉਣ ਦੇ ਲਈ ਦੱਸਿਆ ਸੀ। ਇਸ ਲਈ ਪਿਆਰਿਓ, ਅਸੀਂ ਪ੍ਰਾਰਥਨਾ ਕਰੀਏ, ਰੂਹ ਪਾਕ ਦੀ ਉਹ ਸ਼ਕਤੀ ਦਾ ਅਨੁਭਵ ਕਰੀਏ। ਜੇਕਰ ਅਨੁਭਵ ਕਰਾਂਗੇ, ਸੱਚਮੁੱਚ ਪ੍ਰਭੂ ਸਾਡੇ ਜੀਵਨ ਵਿੱਚ ਵੀ ਕੰਮ ਕਰੇਗਾ, ਸਾਨੂੰ ਵੀ ਪ੍ਰਭੂ ਸ਼ਕਤੀ ਦੇਵੇਗਾ ਅਤੇ ਸਾਨੂੰ ਵੀ ਪ੍ਰਭੂ ਪਰਮੇਸ਼ਰ ਆਪਣੇ ਆਤਮਾ ਦੇ ਨਾਲ ਭਰਪੂਰ ਕਰ ਦੇਵੇਗਾ ਅਤੇ ਉਹ ਪਵਿੱਤਰ ਲਿਖਤਾਂ ਨੂੰ ਸਮਝਣ ਦੇ ਲਈ ਵੀ ਸਾਨੂੰ ਪ੍ਰੇਰਣਾ ਮਿਲ ਜਾਵੇਗੀ। ਖੁਦਾ ਦੇ ਵਚਨ ਨੂੰ ਸੁਣਨ ਦੇ ਲਈ, ਉਹਨੂੰ ਸਮਝਣ ਦੇ ਲਈ ਪ੍ਰਭੂ ਦਾ ਆਤਮਾ ਸਾਡੀ ਅਗਵਾਈ ਕਰੇਗਾ। ਇਸ ਲਈ ਆਓ ਅੱਜ ਦੇ ਇਸ ਵਚਨ ਦੇ ਰਾਹੀਂ ਅਸੀਂ ਵੀ ਰੂਹ ਪਾਕ ਦੀ ਉਹ ਸ਼ਕਤੀ ਦਾ ਅਨੁਭਵ ਕਰੀਏ ਅਤੇ ਪ੍ਰਾਰਥਨਾ ਕਰੀਏ ਕਿ ਸੱਚਮੁੱਚ ਪ੍ਰਭੂ ਆਪਣੇ ਉਹ ਰੂਹ ਪਾਕ ਨੂੰ ਸਾਡੇ ਵਿੱਚ ਭੇਜ ਦੇ। ਰੂਹ ਪਾਕ ਸਾਡੇ ਵਿੱਚ ਆ ਜਾਵੇ, ਮੇਰੇ ਜੀਵਨ ਵਿੱਚ ਆ ਜਾਵੇ। ਰੂਹ ਪਾਕ ਮੇਰੇ ਘਰ ਵਿੱਚ ਆ ਜਾਵੇ। ਰੂਹ ਪਾਕ ਮੇਰੇ ਜ਼ਿੰਦਗੀ ਵਿੱਚ ਆ ਜਾਵੇ। ਰੂਹ ਪਾਕ ਸਾਡੇ ਗਵਾਂਢੀਆਂ ਦੇ ਵਿੱਚ ਆ ਜਾਵੇ। ਰੂਹ ਪਾਕ ਸਾਨੂੰ ਹਰ ਤਰ੍ਹਾਂ ਦੇ ਬੰਧਨਾਂ ਤੋਂ ਛੁਟਕਾਰਾ ਦੇ ਦੇਵੇ। ਰੂਹ ਪਾਕ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਤੋਂ ਸਾਨੂੰ ਛੁਟਕਾਰਾ ਦੇ ਦੇਵੇ। ਜਦੋਂ ਅਸੀਂ ਇਹ ਪ੍ਰਾਰਥਨਾ ਕਰਾਂਗੇ, ਰੂਹ ਪਾਕ ਦੀ ਮਦਦ ਮੰਗਾਂਗੇ, ਸੱਚਮੁੱਚ ਪ੍ਰਭੂ ਸਾਨੂੰ ਆਸ਼ੀਸ਼ ਦੇਵੇਗਾ, ਬਰਕਤ ਦੇਵੇਗਾ। ਆਓ ਇਹਨਾਂ ਵਚਨਾਂ ਉੱਤੇ ਧਿਆਨ ਲਾਉਂਦੇ ਹੋਏ ਆਪਣੇ ਮਨ ਪ੍ਰਭੂ ਦੇ ਲਈ ਖੋਲੀਏ, ਰੂਹ ਪਾਕ ਦੀ ਸ਼ਕਤੀ ਆਉਣ ਦੇ ਲਈ ਕਿ ਪ੍ਰਭੂ ਮੈਂ ਆਪਣਾ ਮਨ ਖੋਲਦਾ ਹਾਂ ਤੇਰੇ ਲਈ, ਮੈਨੂੰ ਰੂਹ ਪਾਕ ਦੇ ਦਿਓ। ਜਿਸ ਤਰ੍ਹਾਂ ਉਹ ਰਸੂਲਾਂ ਨੂੰ ਰੂਹ ਪਾਕ ਦਾ ਮਸਾ ਦਿੱਤਾ, ਮੇਰੇ ਜੀਵਨ ਵਿੱਚ ਹੀ ਆ ਜਾਵੇ। ਜਿਹੜੇ ਭੈਣ ਭਰਾ ਹੁਣ ਟੀਵੀ ਚੈਨਲ ਤੇ ਵੀ ਇਹ ਵਚਨ ਸੁਣ ਰਹੇ ਨੇ, ਉਹ ਸਾਰੇ ਹੁਣ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਪ੍ਰਾਰਥਨਾ ਕਰੀਏ ਕਿ ਪ੍ਰਭੂ ਉਹ ਰੂਹ ਪਾਕ ਮੈਨੂੰ ਵੀ ਦੇ ਦੇ। ਉਹ ਰੂਹ ਪਾਕ ਦਾ ਮਸਾ ਮੇਰੇ ਜੀਵਨ ਵਿੱਚ ਵੀ ਆ ਜਾਵੇ। ਉਹ ਰੂਹ ਪਾਕ ਦਾ ਮਸਾ ਪ੍ਰਭੂ ਜੀ ਮੇਰੇ ਘਰ ਵਿੱਚ ਆ ਜਾਵੇ। ਉਹ ਰੂਹ ਪਾਕ ਦਾ ਮਸਾ ਮੇਰੇ ਕੰਮਾਂ ਵਿੱਚ ਆ ਜਾਵੇ। ਉਹ ਰੂਹ ਪਾਕ ਦਾ ਮਸਾ ਮੇਰੀ ਜ਼ਿੰਦਗੀ ਵਿੱਚ ਆ ਜਾਵੇ। ਉਹ ਰੂਹ ਪਾਕ ਦਾ ਮਸਾ ਮੇਰੀਆਂ ਬਿਮਾਰੀਆਂ ਦੇ ਵਿੱਚ ਆ ਜਾਵੇ, ਤਾਂ ਕਿ ਮੈਂ ਚੰਗਿਆਈ ਪ੍ਰਾਪਤ ਕਰ ਸਕਾਂ। ਸਾਰੇ ਅੱਖਾਂ ਨੂੰ ਬੰਦ ਕਰਕੇ, ਹੱਥਾਂ ਨੂੰ ਜੋੜ ਕੇ ਅੱਜ ਦੇ ਇਸ ਵਚਨ ਦੇ ਲਈ ਪ੍ਰਭੂ ਦਾ ਧੰਨਵਾਦ ਕਰਦੇ ਹੋਏ ਰੂਹ ਪਾਕ ਦੀ ਸ਼ਕਤੀ ਦਾ ਅਭਿਸ਼ੇਕ ਪ੍ਰਾਪਤ ਕਰਨ ਦੇ ਲਈ ਅਸੀਂ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, ਹਾਲੇਲੂਇਆ। ਸਰਵਸ਼ਕਤੀਮਾਨ ਪਿਤਾ ਪਰਮੇਸ਼ਰ, ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ, ਤੁਹਾਡੀ ਮਹਿਮਾ, ਤੁਹਾਡੀ ਆਰਾਧਨਾ ਕਰਦੇ ਹਾਂ। ਅੱਜ ਦੇ ਵਚਨ ਦੇ ਰਾਹੀਂ ਪ੍ਰਭੂ ਜੀ ਜਿਨ੍ਹਾਂ ਭੈਣ ਭਰਾਵਾਂ ਨੇ ਇਹ ਵਚਨ ਸੁਣਿਆ ਹੈ, ਇੱਕ ਇੱਕ ਨੂੰ ਰੂਹ ਪਾਕ ਦੇ ਨਾਲ ਭਰ ਦੇਵੋ ਪ੍ਰਭੂ ਜੀ। ਇੱਕ ਇੱਕ ਦੇ ਜੀਵਨ ਵਿੱਚ ਰੂਹ ਪਾਕ ਦਾ ਮਸਾ ਦੇ ਦਿਓ ਪ੍ਰਭੂ ਜੀ। ਜਿਨ੍ਹਾਂ ਪਰਿਵਾਰਾਂ ਦੇ ਵਿੱਚ ਪ੍ਰਾਰਥਨਾ ਭਵਨ ਟੀਵੀ ਚੈਨਲ ਦੇ ਰਾਹੀਂ ਇਹ ਵਚਨ ਪਹੁੰਚਿਆ ਹੈ ਪ੍ਰਭੂ ਜੀ, ਉਹਨਾਂ ਘਰਾਂ ਦੇ ਵਿੱਚ ਤੇਰੇ ਰੂਹ ਪਾਕ ਦੀ ਸ਼ਕਤੀ ਆ ਜਾਵੇ। ਜਿਸ ਤਰ੍ਹਾਂ ਰਸੂਲਾਂ ਨੇ ਮਾਂ ਮਰੀਅਮ ਦੇ ਨਾਲ ਮਿਲ ਕੇ ਪ੍ਰਾਰਥਨਾ ਕੀਤੀ ਤੇ ਉਹ ਘਰ ਰੂਹ ਪਾਕ ਨਾਲ ਭਰ ਗਿਆ, ਉਸੇ ਤਰ੍ਹਾਂ ਪ੍ਰਭੂ ਉਹਨਾਂ ਨੂੰ ਵੀ ਉਹ ਰੂਹ ਪਾਕ ਦਾ ਮਸਾ ਉਹਨਾਂ ਦੇ ਘਰਾਂ ਵਿੱਚ ਦੇਵੇ, ਤਾਂ ਕਿ ਉਹਨਾਂ ਨੂੰ ਸ਼ਕਤੀ ਮਿਲ ਜਾਵੇ। ਉਹਨਾਂ ਦੇ ਪਰਿਵਾਰ ਵਿੱਚੋਂ ਹਰ ਤਰ੍ਹਾਂ ਦੇ ਦੁੱਖ, ਤਕਲੀਫ, ਬਿਮਾਰੀ, ਪਰੇਸ਼ਾਨੀ, ਸ਼ੈਤਾਨ ਦੇ ਬੰਧਨ, ਹਰ ਤਰ੍ਹਾਂ ਦੀ ਅੰਧਕਾਰ ਦੀ ਸ਼ਕਤੀ ਟੁੱਟ ਜਾਵੇ ਪ੍ਰਭੂ ਯਿਸੂ ਜੀ। ਤੇਰੇ ਵਚਨ ਦੀ ਸ਼ਕਤੀ ਦੇ ਨਾਲ ਸਾਰੀਆਂ ਅੰਧਕਾਰ ਦੀਆਂ ਸ਼ਕਤੀਆਂ ਨਿਕਲ ਜਾਣ। ਉਹਨਾਂ ਦੇ ਪਰਿਵਾਰ ਵਿੱਚ ਸ਼ਾਂਤੀ ਆ ਜਾਵੇ, ਏਕਤਾ ਆ ਜਾਵੇ, ਪਿਆਰ ਆ ਜਾਵੇ, ਵਿਸ਼ਵਾਸ ਆ ਜਾਵੇ ਅਤੇ ਰੂਹ ਪਾਕ ਨਾਲ ਪ੍ਰਭੂ ਜੀ ਉਹਨਾਂ ਨੂੰ ਭਰ ਦੇਵੋ, ਤਾਂ ਕਿ ਪ੍ਰਾਰਥਨਾ ਭਵਨ ਦੇ ਰਾਹੀਂ ਬਹੁਤ ਸਾਰੇ ਲੋਕ ਤੇਰੇ ਵੱਲ ਜੁੜ ਜਾਣ, ਤੇਰੇ ਵੱਲ ਆ ਸਕਣ
ਅਤੇ ਤੇਰੇ ਪਿਆਰ ਦੀ ਸ਼ਕਤੀ ਦਾ ਅਨੁਭਵ ਕਰਦੇ ਹੋਏ ਰੂਹ ਪਾਕ ਦੀ ਸਾਮਰਥ ਨੂੰ ਆਪਣੇ ਵਿੱਚ ਮਹਿਸੂਸ ਕਰਕੇ ਸਰੀਰਕ ਬਿਮਾਰੀਆਂ ਤੋਂ ਚੰਗੇ। हे ਪ੍ਰਭੂ ਜੀ, ਅੱਜ ਦੇ ਇਸ ਵਚਨ ਸੁਣਨ ਵਾਲੇ ਇੱਕ ਇੱਕ ਨੂੰ ਤੇਰੀ ਆਸ਼ੀਸ਼ ਅਤੇ ਬਰਕਤ ਦੇ ਦਿਓ। ਇਸ ਬੇਨਤੀ ਨੂੰ ਸੁਣ ਤੇ ਕਬੂਲ ਕਰ, ਤੂੰ ਜਿਹੜਾ ਜਿਉਂਦਾ ਅਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਤੇ ਆਮੀਨ।